तेरी रहम तेरी सुख पाया सदा, नानक की अरदास। तन जल बल माटी पया, मन माया मोह मनूर। औगण फिर लागू भये, पूरव जावै तूर। तन जड़ बड़ माटी भया, मन माया मोह मनूर। औगण फिर लागू पए, पूरव जावै तूर। बिन शब्द परमाईयै, दुविधा डोबे पूर। मन रे शब्द तरो चित लाए, जिनी गुरमुख नाम न बूझिया, मर जन्म आवे जाए। मन रे शब्द तरो चित लाए, जिनी गुरमुख नाम न बूझिया, मर जन्म आवे जाए। परम सत्कारयोग दीन दुनी दे मालक शब्द गुरु धन धन गुरु ग्रंथ साहब सच्चे पातशाह महाराज दे सजे हुए पावन दरबार दियां हाजरियां भर रहे, दूरों नेड़ियों चल के अज दे इन्हां विशेष गुरमत समागमां विच सतगुरु जी दे पावन दरबार विच सज के गुरबाणी दे लाहे प्राप्त कर रहे गुरु प्यारे गुरु सवारे सत संगी जनों, वाहिगुरु अकाल पुरख ने अपार कृपा बख्शिश कीती है। सतगुरु जी दी उत्तम मत नाल सांझ बनाउण दा जो ये सुभाग समा वाहिगुरु जी ने सानू बख्शिश कीता है। सतगुरां दे चरणां विच बैठ के आप जी ने जिथे गुरमत विचारां बड़े प्यार सहित सुनिया हैं, सत्कारयोग वीरां भैणां पासों बच्चियां पासों आप जी ने अपने महान विरसे की याद दिवाउंदियां कवितावां लैक्चर श्रवण कीते हैं। आओ उत्थे कुछ समय लई पातशाह जी की पावन बाणी विचार नाल अपनियां बिरतियां नूं एकाग्र करिए। सब तो पहलां कलगीधर दशमेश पिता साहिब कमाल गुरु गोबिंद सिंह साहब जी की बख्शिश की हुई फतेह बुलंद आवाज़ विच सारी संगत सांझ बनाओ। आखो जी वाहिगुरु जी का खालसा वाहिगुरु जी की फतेह। आओ सतगुरां दे पावन शब्द नाल जुड़न का यतन करिए। अपनी अते दासरे की हाज़री सतगुरां दे मुबारक चरणां विच लवाउंदे आपां सारियां ने पातशाह का उचारण किया होया ये मुबारक सुनेहा जो सतगुरां ने सानू बख्शिश किया है, प्रेरणा की है। आओ उसनों अपनी रसना तो पढ़दियां होया दोहराउण का यतन करिए, चेता करिए। शब्द तरो चित लाए मन रे, शब्द तरो चित लाए, शब्द तरो चित लाए मन रे, शब्द तरो चित लाए।
ਸ਼ਬਦ ਤਰੋ ਚਿਤ ਲਾਏ ਮਨ ਰੇ ਸ਼ਬਦ ਤਰੋ ਚਿਤ ਲਾਏ, ਸ਼ਬਦ ਤਰੋ ਚਿਤ ਲਾਏ ਮਨ ਰੇ ਸ਼ਬਦ ਤਰੋ ਚਿਤ ਲਾਏ। ਜਿਨੀ ਗੁਰਮੁਖ ਨਾਮ ਨਾ ਬੂਝਿਆ, ਜਿਨੀ ਗੁਰਮੁਖ ਨਾਮ ਨਾ ਬੂਝਿਆ, ਜਿਨੀ ਗੁਰਮੁਖ ਨਾਮ ਨਾ ਬੂਝਿਆ, ਜਿਨੀ ਗੁਰਮੁਖ ਨਾਮ ਨਾ ਬੂਝਿਆ। ਮਰ ਜਨਮੈ ਆਵੈ ਜਾਏ, ਮਰ ਜਨਮੈ ਆਵੈ ਜਾਏ, ਮਰ ਜਨਮੈ ਆਵੈ ਜਾਏ, ਮਰ ਜਨਮੈ ਆਵੈ ਜਾਏ। ਸ਼ਬਦ ਤਰੋ ਚਿਤ ਲਾਏ ਮਨ ਰੇ ਸ਼ਬਦ ਤਰੋ ਚਿਤ ਲਾਏ, ਸ਼ਬਦ ਤਰੋ ਚਿਤ ਲਾਏ ਮਨ ਰੇ ਸ਼ਬਦ ਤਰੋ ਚਿਤ ਲਾਏ। ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਾਡੀ ਅਵਸਥਾ ਵੱਲ ਝਾਤ ਪਾਉਂਦੇ ਹਨ ਤਾਂ ਗੁਰਦੇਵ ਮਹਿਸੂਸ ਕਰਦੇ ਨੇ ਕਿ ਅਸੀਂ ਕਿਧਰੇ ਨਾ ਕਿਧਰੇ ਭਾਵੇਂ ਲੱਖ ਚੁਸਤੀਆਂ ਚਲਾਕੀਆਂ ਤੇ ਆਪਣੇ ਆਪ ਵਿੱਚ ਚੰਗਿਆਈਆਂ ਹੋਣ ਦਾ ਦਾਅਵਾ ਵੀ ਦਮ ਵੀ ਭਰਦੇ ਹਾਂ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਦ੍ਰਿਸ਼ਟੀ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਡੁੱਬ ਰਹੇ ਹਾਂ। ਸਾਡੇ ਕੋਲ ਐਸਾ ਯਤਨ ਨਹੀਂ ਜਿਸ ਨਾਲ ਅਸੀਂ ਪਾਰ ਹੋ ਸਕੀਏ। ਜਿਹੜੇ ਸਾਧਨ ਅਸੀਂ ਇਕੱਠੇ ਕਰਦੇ ਹਾਂ ਕਿਧਰੇ ਨਾ ਕਿਧਰੇ ਆਪਣੀ ਚਲਾਕੀ, ਆਪਣੀ ਚਤੁਰਾਈ, ਆਪਣੀ ਸਿਆਣਪ ਨਾਲ ਉਹ ਵੀ ਇੱਕ ਵਜ੍ਹਾ ਬਣ ਜਾਂਦੇ ਨੇ ਸਾਡੇ ਡੁੱਬਣ ਦੀ। ਹਾਲਾਂਕਿ ਸੰਸਾਰ ਵਿੱਚ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਕਿਸੇ ਨਾ ਕਿਸੇ ਪਾਸੇ ਯਤਨ ਨਹੀਂ ਕਰ ਰਿਹਾ। ਉਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਗਿਆਨ ਹੈ ਉਹਦਾ ਯਤਨ ਸਫਲ ਹੋ ਜਾਂਦਾ ਹੈ, ਕਿਸੇ ਨੂੰ ਗਿਆਨ ਨਹੀਂ ਉਹਦੇ ਯਤਨ ਨਿਰਾਰਥਕ ਚਲੇ ਜਾਂਦੇ ਨੇ, ਵਿਅਰਥ ਚਲੇ ਜਾਂਦੇ ਨੇ। ਪਰ ਯਤਨਸ਼ੀਲ ਹਰ ਆਦਮੀ ਹੈ, ਕੋਈ ਬੁਰਾਈ ਵਾਲੇ ਪਾਸੇ ਹੈ, ਕੋਈ ਚੰਗਿਆਈ ਵਾਲੇ ਪਾਸੇ ਹੈ। ਕਿਸੇ ਦਾ ਸਾਰਾ ਜ਼ੋਰ ਮਨ ਮਤ ਨੂੰ ਕਮਾਉਣ ਤੇ ਲੱਗਿਆ, ਕੋਈ ਗੁਰਮਤਿ ਦੇ ਰਾਹ ਦਾ ਪਾਂਧੀ ਬਣਿਆ, ਪਰ ਯਤਨ ਹਰ ਕੋਈ ਕਰ ਰਿਹਾ। ਪਰ ਗੁਰੂ ਨਾਨਕ ਮਹਾਰਾਜ ਚਾਹੁੰਦੇ ਨੇ ਕਿ ਹਰ ਇੱਕ ਵਿਅਕਤੀ ਦਾ, ਹਰ ਪ੍ਰਾਣੀ ਮਾਤਰ ਦਾ ਕੀਤਾ ਹੋਇਆ ਯਤਨ ਸਫਲ ਹੋਵੇ। ਬਸ਼ਰਤੇ ਯਤਨ ਉਹ ਹੀ ਸਫਲ ਹੋ ਸਕਦਾ ਜਿਹੜਾ ਸੂਝ ਨਾਲ ਕੀਤਾ ਜਾਏਗਾ, ਸਿਆਣਪ ਨਾਲ ਕੀਤਾ ਜਾਏਗਾ, ਅਕਲਮੰਦੀ ਨਾਲ ਕੀਤਾ ਜਾਏਗਾ। ਗੁਰੂ ਦੀ ਮੱਤ ਦੇ ਰਾਹ ਤੇ ਤੁਰਦਿਆਂ ਹੋਇਆਂ ਜਿਹੜਾ ਯਤਨ ਹੋਵੇਗਾ, ਗੁਰੂ ਉਸ ਗੱਲ ਦੇ ਲਈ ਦਾਅਵਾ ਕਰ ਦਿੰਦਾ ਕਿ ਮੈਂ ਇਸ ਗੁਰਸਿੱਖ ਨੂੰ ਵਿਕਾਰਾਂ ਦੇ ਨਰਕ ਵਿੱਚ ਡਿੱਗਣ ਨਹੀਂ ਦਿਆਂਗਾ। ਦਾਤਾ ਜੀ ਧੰਨ ਗੁਰੂ ਨਾਨਕ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਪ੍ਰੇਰਨਾ ਕਰਦੇ ਨੇ। ਹਜ਼ੂਰ ਕਹਿਣ ਲੱਗੇ ਮਨ ਰੇ, ਸੰਬੋਧਨ ਕਿਉਂਕਿ ਮਨ ਨੂੰ ਕੀਤਾ ਸਤਿਗੁਰਾਂ ਨੇ। ਮਨ ਸਾਡੀ ਜ਼ਿੰਦਗੀ ਦਾ ਆਧਾਰ ਹੈ, ਆਸਰਾ ਹੈ। ਸਾਰੀ ਦੀ ਸਾਰੀ ਬਾਣੀ ਸਾਡੇ ਮਨ ਨੂੰ ਸੇਧ ਪ੍ਰਦਾਨ ਕਰ ਰਹੀ ਹੈ। ਤੇ ਗੁਰਦਾਤਾ ਜੀ ਕਹਿ ਰਹੇ ਨੇ ਮਨ ਰੇ ਸ਼ਬਦ ਤਰੋ, ਸ਼ਬਦ ਦੇ ਰਾਹੀਂ ਤਾਰ ਲੈ, ਸ਼ਬਦ ਨੂੰ ਸਾਧਨ ਬਣਾ ਲੈ, ਸ਼ਬਦ ਨੂੰ ਮਾਧਿਅਮ ਬਣਾ ਲੈ। ਸ਼ਬਦ ਤੇਰੀ ਜ਼ਿੰਦਗੀ ਦਾ ਜੇ ਆਧਾਰ ਬਣ ਗਿਆ ਤੂੰ ਤਰ ਜਾਏਗਾ। ਹੁਣ ਖਿਆਲ ਕਰੀਏ ਕਿ ਅਸੀਂ ਡੁੱਬੇ ਕਾਹਦੇ ਵਿੱਚ ਹੋਏ ਹਾਂ। ਅਸੀਂ ਸੋਚਦੇ ਹਾਂ ਸਾਡੇ ਕੋਲ ਕੁਝ ਧਨ ਹੈ, ਪਦਵੀ ਹੈ, ਚਾਰ ਲੋਕ ਸਾਡੇ ਪਿੱਛੇ ਨੇ, ਸਮਾਜ ਵਿੱਚ ਸਾਡਾ ਮਾਣ ਆਦਰ ਚੰਗਾ ਬਣਿਆ। ਅਸੀਂ ਮੰਨਿਆ ਕਦੋਂ ਹੈ ਵੀ ਅਸੀਂ ਕਿਸੇ ਚੀਜ਼ ਵਿੱਚ ਡੁੱਬ ਰਹੇ ਹਾਂ, ਸਾਡਾ ਕੋਈ ਨੁਕਸਾਨ ਹੋ ਰਿਹਾ? ਨਹੀਂ। ਇਹ ਤਾਂ ਗੁਰੂ ਨਾਨਕ ਮਹਾਰਾਜ ਵਰਗੀ ਜੀਵਨ ਦੀ ਖੋਜ ਕਰਤਾ ਸ਼ਖਸੀਅਤ ਹੀ ਦੱਸ ਸਕਦੀ ਹੈ ਵੀ ਅਸੀਂ ਡੁੱਬ ਕਿਹੜੀ ਚੀਜ਼ ਵਿੱਚ ਰਹੇ ਹਾਂ। ਇਹ ਅਗਵਾਈ ਸਿੱਖ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਕੋਲੋਂ ਲੈਣੀ ਹੈ। ਇਹ ਸ਼ੰਕਾ ਵੀ ਗੁਰਦੇਵ ਦੀ ਮੁਬਾਰਕ ਬਾਣੀ ਨੇ ਸਾਡਾ ਨਿਵਰਤ ਕਰਨਾ ਹੈ। ਹਜ਼ੂਰ ਕਹਿਣ ਲੱਗੇ ਲੋਭ ਲਹਿਰ
अत नीजर बाजै काया डूबै केशवा, संसार समुंदे तार गोबिंदे, तार लै बाप बीठुला। भट्टां ने आख्या, कहन लगे संसार अगम सागर, तुलहा हर नाम गुरु मुख पाया। उन्होंने सानू सूझ दे दी भी असी डुब किहड़ी चीज़ विच रहे, किधरे ना किधरे साडा जीवन लोभ विच डुब रहा है, काम विच डुब रहा है, अहंकार विच डुब रहा है। सतगुरु महसूस करते हैं भी जिन्ने मनुख की जिंदगी नूं दुख लगे हुए ने ना, हुण देखो जिस कोल दुनिया की धन संपदा प्रॉपर्टी मान सत्कार नहीं, वो बंदा सोचता है मैं सुखी तदों हो सकदा जे सारा कुछ मेरे कोल आ जाए। क्योंकि गुरुदेव ने जीवन का यह पक्ष भी बाणी दे विच स्पष्ट कर दिता। सतगुरु कहण लगे, जिस ग्रह बहुत तिसै गृह चिंता, जिस गृह थोड़ी सो फिरै भरमंता। थोड़ी वाला भटक रहा है ते बहुती वाला भी चिंता विच है। जिथे थोड़ी वस्तु वाला धक्के खा रहा है ना भी मैनू बहुता मिल जाएगा शायद सुख आ जाएगा जीवन विच, उत्थे बहुती वाले नूं भी खलोतियां वेखीदा। तो फिर सोचण वाली बात है। हजूर गुरु साहब जी बाणी दे विच कह रहे ने, बंदिया थोड़ा विचार कर, जे केवल इन्हां वस्तुआं नाल जिंदगी विच सुख हुंदा, जीवन ते समाज सुखी बन सकदा, आ तेरे लागे बहुती वाला भी खड़ा है, वो भी उसे मुरदे नूं मत्था टेक रहा जिन्हों तू थोड़ी वालिया टेक रहे हैं, वो भी उसे अखौती सियाणे कोलों पुछ रहा जिहदे कोलों तू पुछ रहे हैं, वो भी उन्हां कबरां दा पुजारी है जिहदियां तू कबरां पूज रहे हैं कि मेरे कोल सुख आ जाए संपदा आ जाए। वो भी उत्थे ही पुछना पवाउण जांदा है जिथे तू जाना है। वो भी उन्ना ही बेचैन है जिन्ना तू बेचैन है। इहदा मतलब है कारण बेचैनी दा कोई होर है, दुख का कारण कोई होर है। सतगुरु जी मुबारक बाणी दे विच उत्तर दे रहे हैं कि जीवन सुखी ते सचियारा किवें होए। हजूर कहण लगे, दूह बेवस्था ते जो मुक्ता, सोई सोहेला पहाड़ी है। जेड़ा दोवां चीज़ां तो जे जीवन की चिंता मुक जाए तो भटकना मुक जाए। दो चीज़ां ने ना, बहुती वाले नूं चिंता है, थोड़ी वाले दी भटकना है। ये दो चीज़ां जे जीवन चों निकल जाण, भटकना तो बंदे दा मन मुक्त होवे, चिंता तो मुक्त होवे, हजूर कहंदे सुख तदों है, जीवन का आनंद तदों है। पर एक कोई सुखली खेड ते नहीं भी मन की भटकना मुक जाए, कोई जादू नहीं। मन की भटकना मुक जाए कोई दावे की गल भी नहीं, मन की चिंता लै जाए ये कोई जबान के बोल कह देण नाल गल नहीं बन सकती। की करना पवेगा? साडे डुबण का कारण गुरु ग्रंथ साहब महाराज बयान कर रहे हैं। हजूर कहण लगे, लोभ लहर अत नीजर बाजै, काया डूबै केशवा। उच्चे पहाड़ तो जदों पानी निवाण ते डिगदा है, एक घुमण घेर पै जांदा है पानी दे विच, नीजर बाजै, लोभ दीयां लहरां उठ रहीआं ने। सतगुरु कहण लगे, लोभ लहर अत नीजर बाजै, काया डूबै। सारा शरीर डुबा होया है, सारा जीवन ही डुबा होया है। किवें इस चीज़ तो मुक्त होया जा सके? तरना तो इसे चीज़ तो ही है ना मनुख ने। दुख है, दुख का कारण भी साडे अंदर है, कोई बाहर नहीं है। और सतगुरु के प्यार वाले कई बार जदों असी धन गुरु ग्रंथ साहब महाराज की, मैं अक्सर बेनती करदा, जिथे असी गुरबाणी पढ़नी है ना, अपने महान इतिहास नाल सांझ पाए बिना असी उत्साह वाला जीवन नहीं जी सकांगे। बाणी नाल सांझ बना के अपने महान पुरखियां दे इतिहास वाल झाती मार के सानू पता लगेगा एक एक बचन धन गुरु ग्रंथ साहब महाराज सच्चे पातशाह जी की मुबारक बाणी का किवें अपने जीवन विच सिख ने कमाउणा है, इसनूं किवें अपनी जिंदगी विच हंडाया जा सकता है, किवें अपने जीवन विच लिआंदा जा सकता है। इस गल लई प्रेरणा करदा है साडा महान इतिहास। एक बेनती छोटी जी करा, संसार विच लोग कहिंदे ने जदों बंदे दे कोल खाण पीण पहनण दीयां लोड़ां भी पूरीआं ना होण, खास तौर ते उदों जदों किसे दे चलाकी सदका, किसे दे जुल्म दा सदका साडे हक खुस जाण। मान लो कोई ऐसा जुल्म करे साडे उत्ते, सानू खाण दे भी लाले पै जाण, पहनण दीयां भी तंगियां आ जाण, साडा रहन सहन भी दुब्बर हो जाए। उस वेले संसार आखदा है भी जे बंदे ने लुट भी कर लई ते की गुनाह कीता। जे बंदे ने भुख जिहड़ी है ना, घाट जिहड़ी है जीवन दीयां सहूलतां दी, कई बार बंदे नूं खुराए तोड़ देंदी है। पर मैं एक छोटी जी गाथा तुहाडे नाल साझी करां, सानू समझ आ जाएगी। गुरमत नूं भाई साहब जिक्र कर रहे सन मेरे वीर, कि जिहड़ी साडी सभ्यता है, साडा कल्चर है,
ਉਸ ਨੂੰ ਛੱਡ ਕੇ ਉਹਦੇ ਨਾਲੋਂ ਇੱਕ ਦੂਰੀ ਬਣਾ ਕੇ ਅੱਜ ਅਸੀਂ ਜਿਹੜੇ ਕਲਚਰ ਨੂੰ, ਜਿਹੜੀ ਸੱਭਿਅਤਾ ਨੂੰ ਧਾਰਨ ਕਰ ਲਿਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਾਨੂੰ ਕੱਚ ਜਿਹੜਾ ਹੈ ਨਾ ਉਹ ਹੀਰੇ ਬਣਾ ਬਣਾ ਕੇ ਵੇਚਿਆ ਜਾ ਰਿਹਾ, ਦਿੱਤਾ ਜਾ ਰਿਹਾ। ਕੁੜੀਆਂ ਦੇ ਵਿੱਚ ਜ਼ਹਿਰ ਲਪੇਟ ਲਪੇਟ ਕੇ ਸਾਡੀ ਝੋਲੀ ਪਾਇਆ ਜਾ ਰਿਹਾ। ਅਸੀਂ ਚਾਹ ਨਾਲ ਖਾ ਰਹੇ ਹਾਂ, ਖੁਸ਼ੀ ਖੁਸ਼ੀ ਉਹਨਾਂ ਨੂੰ ਖਾ ਕੇ ਆਤਮਿਕ ਜ਼ਿੰਦਗੀਆਂ ਤਬਾਹ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਇੱਕ ਬੇਨਤੀ ਕੀਤੀ ਸੀ, ਗੁਰੂ ਸਾਹਿਬ ਮਹਾਰਾਜ ਨੇ ਮੁਬਾਰਕ ਬਾਣੀ ਦੇ ਵਿੱਚ ਨਾ ਸਾਡੇ ਲਈ ਕੁਝ ਜ਼ਰੂਰੀ ਹਦਾਇਤਾਂ ਕੀਤੀਆਂ, ਜਿਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਨਹੀਂ ਬਲਕਿ ਇੱਕ ਸਜ਼ਾ ਹੈ। ਉਹ ਪੁਰਾਣੇ ਇਤਿਹਾਸ ਦੀ ਗੱਲ ਹੈ। ਇੱਕ ਨਾ ਘਰ ਹੈ, ਉਸ ਘਰ ਦੇ ਵਿੱਚ ਇੱਕ ਮਾਈ ਬਜ਼ੁਰਗ ਮਾਂ ਮੰਜੇ ਉੱਤੇ ਬੈਠੀ ਹੈ। ਜਿਵੇਂ ਅਕਸਰ ਪਿੰਡਾਂ ਦੇ ਮਾਹੌਲ ਵਿੱਚ ਮਾਤਾਵਾਂ ਸ਼ਾਮ ਦੇ ਸਮੇਂ ਮੰਜੇ ਉੱਤੇ ਬੈਠੀਆਂ ਹੁੰਦੀਆਂ ਨੇ, ਔਰ ਨੌਜਵਾਨ ਧੀ ਘਰ ਦੇ ਵਿੱਚ ਚੌਂਕੇ ਦੇ ਵਿੱਚ ਪ੍ਰਸ਼ਾਦ ਪਾਣੀ ਦਾ ਇੰਤਜ਼ਾਮ ਕਰ ਰਹੀ ਹੈ, ਪ੍ਰਸ਼ਾਦਾ ਤਿਆਰ ਕਰ ਰਹੀ ਹੈ। ਬਾਹਰਲਾ ਦਰਵਾਜ਼ਾ ਜਿਹੜਾ ਹੈ ਨਾ ਉਹ ਖੁੱਲ੍ਹਾ ਹੋਇਆ ਹੈ। ਬਾਹਰ ਦਾ ਜਿਹੜਾ ਦਰਵਾਜ਼ਾ ਉਹ ਖੁੱਲ੍ਹਾ ਹੋਇਆ ਹੈ। ਨਿੱਕੀ ਨਿੱਕੀ ਕੰਧ ਹੈ। ਬਾਹਰ ਦੀ ਲੰਘਦੇ ਹੋਏ ਘੋੜੇ ਦੀਆਂ ਟਾਪਾਂ ਦੀ ਆਵਾਜ਼ ਮਾਂ ਦੇ ਕੰਨਾਂ ਵਿੱਚ ਪਈ ਵੀ ਬਾਹਰ ਦੀ ਕੋਈ ਘੋੜ ਸਵਾਰ ਲੰਘ ਰਿਹਾ। ਦਰਵਾਜ਼ਾ ਖੁੱਲ੍ਹਾ ਹੈ। ਮਾਂ ਨੇ ਅਚਾਨਕ ਜਿਵੇਂ ਕੋਈ ਸਦਮਾ ਪਹੁੰਚਿਆ ਹੋਵੇ, ਬੜੀ ਕਾਹਲੀ ਨਾਲ ਉੱਚੀ ਉੱਚੀ ਕਿਹਾ ਆਪਣੀ ਧੀ ਨੂੰ, ਸ਼ਾਇਦ ਉੱਠਣ ਜੋਗੀ ਨਹੀਂ। ਆਪਣੀ ਧੀ ਨੂੰ ਕਹਿੰਦੀ, ਨਹੀਂ ਧੀਏ, ਉਹ ਬਾਹਰਲਾ ਦਰਵਾਜ਼ਾ, ਬਾਹਰਲਾ ਬੂਹਾ ਛੇਤੀ ਛੇਤੀ ਬੰਦ ਕਰ ਰਿਹਾ। ਧੀ ਗਈ, ਛੇਤੀ ਛੇਤੀ ਬੂਹਾ ਬੰਦ ਕੀਤਾ। ਕੰਮ ਬਹੁਤਾ ਸੀ, ਆ ਕੇ ਫਿਰ ਆਪਣੇ ਪ੍ਰਸ਼ਾਦ ਪਾਣੀ ਤਿਆਰ ਕਰਨ ਦੀ ਆਰੇ ਲੱਗ ਗਈ। ਮਾਂ ਨੂੰ ਸਵਾਲ ਲਈ ਉਹਨੇ ਕੀਤਾ ਵੀ ਕੀ ਗੱਲ ਹੈ। ਸੋਚਿਆ ਕੋਈ ਕਾਰਨ ਹੋਵੇਗਾ, ਆਪਣੇ ਕੰਮ ਦੀ ਖਿੱਚ ਕਰਕੇ ਉਹ ਮਾਂ ਨੂੰ ਪੁੱਛ ਨਾ ਸਕੀ। ਗੱਲ ਆਈ ਗਈ ਹੋ ਗਈ। ਕੁਝ ਸਮੇਂ ਬਾਅਦ ਐਸੀ ਘਟਨਾ ਫਿਰ ਵਾਪਰੀ। ਅੱਜ ਦਰਵਾਜ਼ਾ ਬੰਦ ਹੈ। ਅੱਜ ਘੋੜੇ ਦੇ ਟਾਪਾਂ ਦੀ ਆਵਾਜ਼ ਆਈ ਵੀ ਘੋੜ ਸਵਾਰ ਘੋੜਾ ਲੰਘ ਰਿਹਾ ਬਾਹਰ, ਤੇ ਨੀਵੀਂ ਜਿਹੀ ਕੰਧ ਦੇ ਉੱਚੋਂ ਕਿਸੇ ਦਾ ਸਿਰ ਦਿਸਿਆ ਮਾਂ ਨੂੰ। ਮਾਂ ਨੇ ਮੰਜੇ ਤੇ ਬੈਠੀ ਹੋਏ ਨੇ ਆਪਣੀ ਧੀ ਨੂੰ ਕਾਹਲੀ ਨਾਲ ਆਵਾਜ਼ ਦਿੱਤੀ, ਇਹ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁੱਲਿਆ, ਘੋੜ ਸਵਾਰ ਅੱਗੇ ਲੰਘ ਗਿਆ। ਅੱਜ ਧੀ ਕੋਲੋਂ ਰਿਹਾ ਨਾ ਗਿਆ। ਉਹਨੂੰ ਚੇਤਾ ਆ ਗਿਆ ਵੀ ਇਹੋ ਜਿਹੀ ਘਟਨਾ ਇੱਕ ਵਾਰ ਪਹਿਲਾਂ ਵੀ ਵਾਪਰ ਚੁੱਕੀ। ਉਸ ਦਿਨ ਦਰਵਾਜ਼ਾ ਖੁੱਲ੍ਹਾ ਸੀ, ਮਾਂ ਨੇ ਬੰਦ ਕਰਵਾਇਆ। ਅੱਜ ਦਰਵਾਜ਼ਾ ਬੰਦ ਸੀ, ਮਾਂ ਨੇ ਖੁਲਵਾਇਆ। ਪਰ ਉਹਨੂੰ ਦੋਵਾਂ ਦੇ ਵਿੱਚ ਇੱਕ ਫਰਕ ਦਿਸਿਆ। ਫਰਕ ਇਹ ਸੀ, ਉਸ ਦਿਨ ਜਦੋਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਤਾਂ ਮਾਂ ਨੇ ਝੱਟ ਆਵਾਜ਼ ਦਿੱਤੀ, ਧੀਏ ਜਾ ਛੇਤੀ ਦਰਵਾਜ਼ਾ ਬੰਦ ਕਰਕੇ ਆ, ਬੂਹਾ ਭੇੜ ਕੇ ਆ। ਧੀ ਛੇਤੀ ਛੇਤੀ ਗਈ ਕੰਮ ਛੱਡ ਕੇ, ਉਹਨੇ ਦਰਵਾਜ਼ਾ ਭੇੜ ਦਿੱਤਾ, ਦਰਵਾਜ਼ਾ ਬੰਦ ਕਰ ਦਿੱਤਾ। ਅੱਜ ਦੀ ਘਟਨਾ ਨਾਲ ਧੀ ਨੂੰ ਬੜੀ ਹੈਰਾਨੀ ਹੋਈ। ਉਹਨੇ ਆ ਕੇ ਆਖਿਆ, ਮਾਂ ਇੱਕ ਗੱਲ ਪੁੱਛਾਂ, ਮੈਨੂੰ ਲੱਗਦਾ ਤੇਰਾ ਸਰੀਰ ਕਮਜ਼ੋਰਾ ਹੋ ਗਿਆ, ਤੈਨੂੰ ਪਛਾਣ ਨਹੀਂ ਰਹੀ, ਤੈਨੂੰ ਦੂਰ ਦੀਆਂ ਚੀਜ਼ਾਂ ਦਾ ਭੁਲੇਖਾ ਪੈਣ ਲੱਗ ਪਿਆ। ਮਾਂ ਕਹਿਣ ਲੱਗੀ, ਕਿਉਂ, ਤੈਨੂੰ ਇਹ ਕਿਵੇਂ ਮਹਿਸੂਸ ਹੋਇਆ ਵੀ ਮੈਨੂੰ ਦੂਰ ਦੀਆਂ ਚੀਜ਼ਾਂ ਦਾ ਭੁਲੇਖਾ ਪੈਂਦਾ? ਧੀ ਕਹਿਣ ਲੱਗੀ, ਮਾਂ ਵੇਖ ਨਾ, ਉਸ ਦਿਨ ਆਪਣਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਬਾਹਰ ਦੀ ਘੋੜੇ ਦੀ ਆਵਾਜ਼ ਜਾਣ ਦੀ ਤੁਰਨ ਦੀ ਆਈ, ਤੇ ਤੂੰ ਮੈਨੂੰ ਛੇਤੀ ਨਾਲ ਕਾਹਲੀ ਨਾਲ ਸਾਰੇ ਕੰਮ ਛਡਾ ਕੇ ਆਖਿਆ ਵੀ ਦਰਵਾਜ਼ਾ ਬੰਦ ਕਰਕੇ ਆ। ਪਤਾ ਹੈ ਤੈਨੂੰ ਉਸ ਦਿਨ ਗਲੀ ਵਿੱਚ ਦੀ ਕੌਣ ਲੰਘਿਆ? ਮਾਂ ਕਹਿਣ ਲੱਗੀ, ਹਾਂ ਮੈਨੂੰ ਪਤਾ ਹੈ, ਮੈਂ ਪਛਾਣਦੀ ਹਾਂ। ਮਾਂ ਭਲਾ ਕੌਣ ਸੀ, ਦੱਸ ਖਾਂ। ਮਾਂ ਨੇ ਕਹਿਣਾ ਸ਼ੁਰੂ ਕੀਤਾ, ਕਹਿਣ ਲੱਗੀ, ਉਹ ਇੱਕ ਸਰਕਾਰੀ ਮੁਲਾਜ਼ਮ ਹੈ, ਨੇੜੇ ਦੇ ਥਾਣੇ ਦਾ ਸਿਪਾਹੀ ਹੈ, ਬਿਲਕੁਲ ਬਾਵਰਦੀ, ਤਿਆਰ ਬਰ ਤਿਆਰ ਉਹ ਇਸ ਨਗਰ ਵਿੱਚ ਗਸ਼ਤ ਕਰ ਰਿਹਾ, ਉਹ ਲੰਘਿਆ। ਧੀ ਕਹਿਣ ਲੱਗੀ, ਮਾਂ ਤੈਨੂੰ ਅੱਜ ਪਤਾ ਹੈ ਅੱਜ ਕੌਣ ਲੰਘਿਆ? ਮਾਂ ਕਹਿਣ ਲੱਗੀ, ਹਾਂ ਬੜੀ ਚੰਗੀ ਤਰ੍ਹਾਂ ਪਤਾ ਹੈ। ਮਾਂ ਇਹੋ ਹੀ ਗੱਲ ਮੈਂ ਤੈਨੂੰ ਪੁੱਛਣਾ ਚਾਹੁੰਦੀ, ਇੱਕ ਬਾਵਰਦੀ ਤਿਆਰ ਬਰ ਤਿਆਰ ਜਿਹਦਾ ਸਾਰਾ ਰਿਕਾਰਡ ਨੇੜੇ ਦੇ ਥਾਣੇ ਵਿੱਚ ਪਿਆ ਵੀ ਉਹ ਬੰਦਾ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਸਰਕਾਰੀ ਮੁਲਾਜ਼ਮ ਹੈ, ਉਹ ਲੰਘਿਆ, ਤੈਨੂੰ ਖਤਰਾ ਮਹਿਸੂਸ ਹੋਇਆ, ਤੂੰ ਆਖਿਆ ਦਰਵਾਜ਼ਾ ਬੰਦ ਕਰ ਰਿਹਾ। ਇਹ ਘਟਨਾ ਮੈਂ ਤੁਹਾਨੂੰ 18ਵੀਂ ਸਦੀ ਦੀ ਸੁਣਾ ਰਿਹਾ, ਔਰ ਇਹ ਕਿਸੇ ਗੈਰ ਸਭਿਅਤਾ ਦੀ ਘਟਨਾ ਨਹੀਂ, ਸਾਡੇ ਬਜ਼ੁਰਗਾਂ ਨਾਲ ਸੰਬੰਧ ਰੱਖਦੀ ਘਟਨਾ ਹੈ। ਮਾਂ ਤੈਨੂੰ ਪਤਾ ਹੈ ਅੱਜ ਜਿਹੜਾ ਲੰਘਿਆ ਉਹਦੀ ਦਸ਼ਾ ਕੀ ਸੀ? ਉਹਦੇ ਸਿਰ ਦਾ ਦਸਤਾਰਾ ਲੀਰੋ ਲੀਰ ਹੋਇਆ, ਉਹਦੇ ਤਨ ਤੇ ਚੱਜ ਦੇ ਕੱਪੜੇ ਵੀ ਨਹੀਂ ਸਨ, ਖੁੰਡੀ ਹੋਈ ਤਲਵਾਰ ਉਸਨੇ ਰੱਸੀ ਨਾਲ ਬੰਨ੍ਹ ਕੇ ਆਪਣੀ ਢਾਕ ਤੇ ਲਮਕਾਈ ਹੋਈ ਹੈ, ਨਾ ਚੱਜ ਦੀ ਲਗਾਮ ਉਹਦੇ ਘੋੜੇ ਨੂੰ, ਨਾ ਉਹਦੇ ਘੋੜੇ ਤੇ ਚੱਜ ਦੀ ਕਾਠੀ। ਪਤਾ ਨਹੀਂ ਕਿਧਰੋਂ ਭੁੱਖ ਦਾ ਮੁਸੀਬਤ ਦਾ ਮਾਰਿਆ ਉਹ ਬੰਦਾ, ਤੇ ਅੱਜ ਤੂੰ ਦਰਵਾਜ਼ਾ ਬੰਦ ਕੀਤਾ ਹੋਇਆ ਖੁਲਵਾਇਆ, ਕਿਉਂ ਮੁਸੀਬਤਾਂ ਨੂੰ ਸੱਦੇ ਦੇਣੀ ਹੈ? ਐਸਾ ਬੰਦਾ ਜਿਹਦਾ ਨੇੜੇ ਰਿਕਾਰਡ ਹੈ, ਜਿਹਦੀ ਪੁੱਛ ਪ੍ਰਤੀਤ ਕੀਤੀ ਜਾਂਦੀ ਹੈ, ਉਹਦੇ ਤੋਂ ਤੈਨੂੰ ਖਤਰਾ ਲੱਗਦਾ?
ਜਿਹਨੂੰ ਆਪਾਂ ਜਾਣਦੇ ਨਹੀਂ, ਪਤਾ ਨਹੀਂ ਕਿਸ ਮੰਦਹਾਲੀ ਚੋਂ ਲੰਘ ਰਿਹਾ, ਉਹ ਤੈਨੂੰ ਆਪਣਾ ਭਾਸਿਆ। ਮਾਂ ਦੱਸ ਤੇ ਸਹੀ ਗੱਲ ਕੀ ਹੈ। ਮਾਂ ਦੀ ਅੱਖ ਵਿੱਚ ਅਥਰੂ ਆ ਗਏ। ਮਾਂ ਕਹਿਣ ਲੱਗੀ, ਧੀਏ ਅੱਜ ਇਹ ਸੱਚ ਮੈਂ ਤੈਨੂੰ ਦੱਸਦੀ, ਤੈਨੂੰ ਪਛਾਣ ਨਹੀਂ ਮੈਨੂੰ ਪਛਾਣ ਹੈ। ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਧੀਆਂ ਪੁੱਤਰਾਂ ਵਾਲੀ ਹਾਂ, ਪਰਿਵਾਰ ਵਾਲੀ ਹਾਂ। ਮੈਂ ਬੜਾ ਨੇੜਿਓਂ ਹੋ ਕੇ ਵੇਖਿਆ। ਜਿਹੜਾ ਪਹਿਲੋਂ ਆਦਮੀ ਲੰਘਿਆ ਸੀ ਨਾ, ਠੀਕ ਹੈ ਉਹ ਬਾਵਰਦੀ ਹੈ, ਰਿਕਾਰਡ ਹੈ ਉਹਦਾ, ਪਰ ਜਿਹੜਾ ਉਹਦਾ ਸੁਭਾਅ ਹੈ, ਜਿਹੜਾ ਉਹਦਾ ਕਰਮ ਹੈ, ਉਹ ਇੰਨਾ ਉਜਲਾ ਨਹੀਂ। ਅੱਜ ਵੀ ਉਹਦੇ ਤੋਂ ਮਨੁੱਖਤਾ ਨੂੰ ਬੜਾ ਖਤਰਾ ਹੈ। ਪਤਾ ਨਹੀਂ ਕਿਹਦੀ ਇੱਜ਼ਤ ਨੂੰ ਹੱਥ ਪਾ ਲੈ। ਉਸ ਬੰਦੇ ਕੋਲ ਕਾਨੂੰਨ ਤੇ ਜ਼ੋਰ ਹੈ, ਪਰ ਕਾਨੂੰਨ ਜਿਹੜਾ ਹੈ ਉਸ ਦੀ ਦੁਰਵਰਤੋਂ ਵੀ ਰੱਜ ਕੇ ਹੈ, ਕਿਉਂਕਿ ਉਹਦੀ ਜ਼ਿੰਦਗੀ 'ਚ ਧਰਮ ਨਹੀਂ। ਹਾਂ, ਅੱਜ ਵਾਲਾ ਜਿਹੜਾ ਲੰਘਿਆ ਹੈ ਨਾ, ਮੈਂ ਬੰਦ ਕੀਤਾ ਹੋਇਆ ਦਰਵਾਜ਼ਾ ਤਾਂ ਖੁਲਵਾਇਆ, ਮੈਂ ਚਾਹੁੰਦੀ ਸਾਂ ਕਾਸ਼ ਕਿਧਰੇ ਉਹ ਰੱਬ ਦਾ ਬੰਦਾ ਸਾਡੇ ਘਰੋਂ ਪਾਣੀ ਦੀ ਘੋਟੀ ਪੀ ਜਾਂਦਾ, ਪਾਣੀ ਦੀ ਘੋਟੀ ਪੀ ਜਾਂਦਾ, ਤਾਂ ਮੈਨੂੰ ਇਵੇਂ ਲੱਗਦਾ ਜਿਵੇਂ ਮੈਂ ਬਹੁਤ ਵੱਡੀ ਸੇਵਾ ਕਰ ਲਈ। ਤੈਨੂੰ ਪਤਾ ਹੈ ਉਹ ਕੌਣ ਹੈ? ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਿੱਖ ਹੈ, ਖਾਲਸਾ ਹੈ। ਠੀਕ ਹੈ ਉਹਦੇ ਤਨ ਦੇ ਕੱਪੜੇ ਫਟੇ ਨੇ, ਠੀਕ ਉਹ ਬੜਾ ਮੰਦਹਾਲੀ ਵਿੱਚ ਹੈ, ਬੜੀ ਗੁਰਬਤ ਵਿੱਚ ਹੈ, ਮੁਸੀਬਤ ਜ਼ਦਾ ਹੈ, ਬੜੀਆਂ ਔਖਿਆਈਆਂ ਚੋਂ ਲੰਘ ਰਿਹਾ ਹੈ, ਪਰ ਧੀਏ ਉਸ ਵਿਅਕਤੀ ਦੇ ਦਰਸ਼ਨ ਕਰਨੇ ਸਮਝੋ ਬਹੁਤ ਵੱਡੀ ਗੱਲ ਹੈ। ਐਸੇ ਵਿਅਕਤੀ ਦੇ ਕੋਲ ਬਹਿਣਾ ਬੜੀ ਵੱਡੀ ਗੱਲ ਹੈ, ਕਿਉਂਕਿ ਉਹ ਗੁਰਮਤ ਨੂੰ ਪ੍ਰਣਾਏ। ਵੇਖਿਆ ਭੁੱਖ ਦੇ ਮਾਰੇ ਹੋਏ ਨੇ, ਸਾਡੇ ਦਰਵਾਜ਼ੇ ਦੇ ਅੱਗੋਂ ਦੀ ਲੰਘ ਗਿਆ, ਪਾਣੀ ਦੀ ਘੁੱਟ ਆਪਣੇ ਮੂੰਹ ਤੋਂ ਸਾਡੇ ਕੋਲੋਂ ਨਹੀਂ ਮੰਗੀ। ਇੱਥੇ ਬਾ ਕਾਨੂੰਨ ਬਾ ਵਰਦੀ ਵਾਲਿਆਂ ਕੋਲੋਂ ਬੜਾ ਖਤਰਾ ਹੈ। ਪਰ ਇਹਨੂੰ ਜਿਹੜੀ ਵਰਦੀ ਇਹਦੇ ਸ਼ਹਿਨਸ਼ਾਹ ਸਤਿਗੁਰਾਂ ਨੇ ਦਿੱਤੀ ਹੈ, ਜਿਹੜਾ ਕਾਨੂੰਨ ਇਹਦੇ ਗੁਰੂ ਨੇ ਇਹਨੂੰ ਦਿੱਤਾ ਹੈ ਨਾ, ਉਸ ਕਾਨੂੰਨ ਦੀ ਇਹ ਕਦੇ ਉਲੰਘਣਾ ਨਹੀਂ ਕਰ ਸਕਦਾ। ਮੈਨੂੰ ਇਸ ਗੱਲ ਦਾ ਭਰੋਸਾ, ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਇਹ ਗੱਲ ਤੇਰੇ ਨਾਲ ਸਾਂਝੀ ਕਰ ਰਹੀ ਹਾਂ। ਉਹ ਫਟੇ ਪੁਰਾਣੇ ਕੱਪੜਿਆਂ ਵਾਲਾ, ਲੀਰੋ ਲੀਰ ਦਸਤਾਰੇ ਵਾਲਾ, ਮੰਦਹਾਲੀ ਤੇ ਬਦਹਾਲੀ ਚੋਂ ਲੰਘ ਰਿਹਾ ਇਨਸਾਨ ਕੌਣ ਹੈ ਭਲਾ? ਆਪਣਾ ਬਜ਼ੁਰਗ ਹੈ। ਆਪਾਂ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਨਾ, ਉਹ ਆਪਣਾ ਕੋਈ ਪੁਰਾਣਾ ਬਜ਼ੁਰਗ ਹੈ। ਸ਼ਾਇਦ ਉਹਦਾ ਇਤਿਹਾਸ, ਉਹਦਾ ਨਾਂ ਤਾਂ ਇਤਿਹਾਸ ਸਾਡੇ ਤੱਕ ਨਹੀਂ ਪਹੁੰਚਾ ਸਕਿਆ, ਪਰ ਉਹਦੀਆਂ ਘਟਨਾਵਾਂ ਸਾਡੇ ਤੱਕ ਜ਼ਰੂਰ ਲੈ ਆਇਆ। ਯੋ ਗੁਰੂ ਕਾ ਸਿੱਖ ਹੈ, ਕੁੰਡੀਆਂ ਮੁੱਛਾਂ, ਸਿੱਧੇ ਦਾੜੇ, ਬਾਣੀ ਪੜਤ ਦੁਵਖਤੇ, ਸਿੰਘ ਬਿਹੰਗਮ ਮੁਖੋਂ ਨਾ ਮੰਗਦੇ, ਭਾਵੇਂ ਭੁੱਖੇ ਰਹਿੰਦੇ। ਇਹ ਉਹਦੀ ਬਾਤ ਹੈ। ਧਨ ਭੂਮ ਕੇ ਭੂਖੇ ਨਹਿ ਸਿੰਘ, ਚਰਚਾ ਪੰਥ ਚਲਾਣ ਚਹੀ। ਇਹ ਉਹ ਗੁਰੂ ਦਾ ਸਿੱਖ ਹੈ ਜਿਸ ਨੇ ਹਜ਼ੂਰ ਦੇ ਉਪਦੇਸ਼ ਨੂੰ ਬਾਣੀ ਦੇ ਰਾਹੀਂ ਕਮਾ ਕੇ ਇਹਨਾਂ ਘੁੱਟ ਕੇ ਪੱਲੇ ਬੰਨ ਲਿਆ ਵੀ ਇਸ ਕਾਨੂੰਨ ਦੀ ਉਹ ਗੁਰਸਿੱਖ ਨੇ ਕਦੀ ਆਪਣੀ ਜ਼ਿੰਦਗੀ ਵਿੱਚ ਉਲੰਘਣਾ ਨਹੀਂ ਕੀਤੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਬੋਲ ਜ਼ਰੂਰ ਯਾਦ ਰੱਖੀਏ। ਅੱਜ ਦਾ ਸਮਾਂ ਕੁਝ ਐਸਾ ਹੈ, ਮੈਂ ਤਾਂ ਅਕਸਰ ਬੇਨਤੀ ਕਰਦਾ, ਕੋਈ ਪੰਜਾਬ ਦਾ ਐਸਾ ਪਿੰਡ ਹੈ ਜਿੱਥੇ ਇੱਕ ਤੋਂ ਵੱਧ ਗੁਰਦੁਆਰਿਆਂ ਦੀ ਗਿਣਤੀ ਨਾ ਹੋਵੇ। ਕੋਈ ਐਸਾ ਪੰਜਾਬ ਦਾ ਪਿੰਡ ਹੈ ਜਿੱਥੇ ਉੱਚੇ ਉੱਚੇ ਨਿਸ਼ਾਨ ਸਾਹਿਬ ਹਵਾ ਵਿੱਚ ਲਹਿਰਾ ਨਾ ਰਹੇ ਹੋਣ। ਕੋਈ ਐਸਾ ਪੰਜਾਬ ਦਾ ਪਿੰਡ ਹੈ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਂ ਹੁੰਦੇ ਹੋਣ। ਅਸੀਂ ਤਾਂ ਅੱਜ ਕਈ ਕਿਸਮ ਦੀਆਂ ਲੜੀਆਂ ਪਾਠਾਂ ਦੀਆਂ ਸ਼ੁਰੂ ਕਰ ਲਈਆਂ, ਕਈ ਕਿਸਮਾਂ ਪੈਦਾ ਕਰ ਲਈਆਂ, ਪਰ ਇੱਕ ਬੇਨਤੀ ਕਰਾਂ, ਜੇ ਕਿਸੇ ਚੀਜ਼ ਦੀ ਘਾਟ ਰਹਿ ਗਈ ਹੈ ਤਾਂ ਇਸ ਅਮੋਲਕ ਖੁਰਾਕ ਨੂੰ ਖਾਣ ਵਿੱਚ ਸਭ ਤੋਂ ਵੱਡੀ ਘਾਟ ਰਹਿ ਗਈ ਹੈ। ਉਹਨਾਂ ਲੋਕਾਂ ਨੂੰ ਕੋਈ ਸਿਆਣਾ ਕਿਵੇਂ ਆਖੇ ਜਿਨ੍ਹਾਂ ਦੇ ਘਰ ਦੇ ਵਿੱਚ ਪਕਵਾਨ ਤਾਂ ਕਈ ਕਿਸਮਾਂ ਦੇ ਨੇ, ਪਰ ਉਹਨਾਂ ਨੂੰ ਫਿਰ ਵੀ ਗੁਆਂਢੀਆਂ ਕੋਲੋਂ ਕੌਲੀ ਵਿੱਚ ਮੰਗ ਕੇ ਖਾਣਾ ਪੈਂਦਾ। ਉਹਨਾਂ ਨੂੰ ਸਿਆਣਾ ਨਹੀਂ ਆਖਿਆ ਜਾ ਸਕਦਾ। ਘਰ ਹੁੰਦਾ ਧਨ ਜੱਗ ਭੁੱਖਾ ਮੂਆ। ਅੱਜ ਸਾਡੀ ਅਵਸਥਾ ਹੈ ਤੇ ਖਿਆਲ ਕਰਨਾ, ਅੱਜ ਸ਼ਾਮ ਦੇ ਸਮੇਂ ਘਰ ਦੇ ਵਿੱਚ ਬੇਟਾ ਨਹੀਂ, ਘਰ ਦੇ ਵਿੱਚ ਪਤੀ ਨਹੀਂ, ਜਵਾਨ ਧੀ ਹੈ ਤੇ ਸੌਦਾ ਲਿਆਉਣ ਵਾਲਾ ਹੈ। ਮਾਂ ਆਪਣੀ ਧੀ ਨੂੰ ਪਹਿਲਾਂ ਇਹ ਗੱਲ ਕਹਿ ਦਿੰਦੀ ਹੈ, ਧੀਏ ਜਾ ਨੇੜੇ ਆ 2 ਘਰ ਲੰਘ ਕੇ ਕਰਿਆਨੇ ਦੀ ਦੁਕਾਨ ਹੈ, ਉੱਥੋਂ ਸੌਦਾ ਲੈ ਕੇ ਆ, ਸਵੇਰ ਵੇਲੇ ਆਪਾਂ ਚਾਹ ਬਣਾਉਣੀ ਹੈ, ਖੰਡ ਘਰ ਚੋਂ ਮੁੱਕੀ ਹੈ। ਪਰ ਦੂਜੇ ਵਕਤ ਫਿਰ ਮਾਂ ਨੂੰ ਪਤਾ ਨਹੀਂ ਕੀ ਸੁੱਝਦੀ ਹੈ, ਉਹ ਕਹਿ ਦਿੰਦੀ ਕੋਈ ਗੱਲ ਨਹੀਂ, ਰਹਿਣ ਦੇ, ਆਪੇ ਜਦੋਂ ਆਉਣਗੇ, ਤੇਰਾ ਪਿਓ ਜਦੋਂ ਆਏਗਾ, ਤੇਰਾ ਭਰਾ ਆਏਗਾ, ਲੈ ਆਏਗਾ। ਪਤਾ ਹੈ ਉਹਨੂੰ ਡਰ ਕਿਹੜੀ ਚੀਜ਼ ਦਾ ਹੈ? ਉਹਨੂੰ ਡਰ ਹੈ ਕਿ ਘਰ ਤੋਂ ਲੈ ਕੇ ਦੁਕਾਨ ਤੱਕ, ਦੁਕਾਨ ਤੋਂ ਲੈ ਕੇ ਘਰ ਤੱਕ ਜਿਹੜਾ ਸਫ਼ਰ ਹੈ, ਮੇਰੀ ਧੀ ਦੀ ਇੱਜ਼ਤ ਦਾ ਖਾਓ ਨਾ ਬਣ ਜਾਏ। ਉਸ ਨੂੰ ਖਤਰਾ ਇਸ ਗੱਲ ਦਾ, ਕਿਉਂਕਿ ਉਸ ਨੂੰ ਗਲੀ ਦੇ ਵਿੱਚ ਫਿਰਦੇ ਹੋਏ ਦਰਿੰਦੇ ਮਹਿਸੂਸ ਹੁੰਦੇ ਨੇ, ਉਸ ਨੂੰ ਉਹ ਲੋਕ ਦਿਸ ਰਹੇ ਨੇ, ਭਾਵੇਂ ਉਹ ਸਾਡੀ ਕੌਮ ਨਾਲ ਸੰਬੰਧ ਰੱਖਦੇ ਨੇ, ਭਾਵੇਂ ਉਹ ਅਸੀਂ ਵੀ ਹੋਈਏ, ਪਰ ਉਹ ਮਹਿਸੂਸ ਕਰਦੀ ਹੈ ਇੰਨਾ ਕੁ ਪੈਂਡਾ ਵੀ ਮੇਰੀ ਧੀ ਵਾਸਤੇ ਸੇਫ ਨਹੀਂ। ਮੈਂ ਕਿਵੇਂ ਆਪਣੀ ਧੀ ਨੂੰ ਇਸ ਨਰਕ ਵਿੱਚ ਸੁੱਟ ਦਿਆਂ? ਸਤਿਗੁਰੂ ਦੇ ਪਿਆਰ ਵਾਲਿਓ, ਗੁਰੂ ਨਾਨਕ ਮਹਾਰਾਜ ਦਾ ਰਾਸ਼ਟਰ ਹੈ ਪੰਜਾਬ ਦੀ ਧਰਤੀ।
ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਦਾ ਮੈਦਾਨ ਹੈ, ਸੰਗਰਾਮ ਹੈ ਪੰਜਾਬ ਦੀ ਧਰਤੀ। ਜੇ ਇੱਥੇ ਵੀ ਇਹ ਗੱਲਾਂ ਵਾਪਰਨਗੀਆਂ, ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵਾਸਤੇ ਬੜੀ ਨਮੋਸ਼ੀ ਦੇ ਨਾਲ ਸਿਰ ਹਲੂਣਿਆ ਕਰਨਗੀਆਂ। ਬਾਤ ਕੇਵਲ ਇਤਨੀ ਹੈ, ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਆਖਿਆ, ਸਿੱਖਾ ਤਰ ਜਾ ਇਸ ਭਵਨ ਜਲ ਤੋਂ। ਅੱਜ ਤੂੰ ਲੋਭ ਚ ਤਾਰੀਆਂ ਲਾ ਰਿਹਾ, ਗੋਲਕਾਂ ਹੜੱਪਣ ਵਾਸਤੇ ਅੱਜ ਤੇਰਾ ਸੁਭਾਅ ਲੈਣਾ ਲੋਭੀ ਹੋ ਗਿਆ, ਤੂੰ ਲੱਖਾਂ ਫਰੇਬ ਝੂਠ ਤੇ ਦਗੇ ਕਰਦਾ। ਅੱਜ ਤੂੰ ਕਾਮ ਵਿੱਚ ਇੰਨੀਆਂ ਤਾਰੀਆਂ ਲਾ ਰਿਹਾ, ਤੈਨੂੰ ਆਪਣੀ ਸੱਭਿਅਤਾ ਦੀ ਅਮੀਰੀ ਭੁੱਲ ਗਈ ਹੈ, ਤੈਨੂੰ ਆਪਣਾ ਕਲਚਰ ਭੁੱਲ ਗਿਆ। ਅੱਜ ਤੂੰ ਹੰਕਾਰ ਵਿੱਚ ਇਤਨੀਆਂ ਤਾਰੀਆਂ ਲਾ ਰਿਹਾ, ਨਿਮਰਤਾ, ਨਿਰਮਾਣਤਾ ਤੇ ਸੇਵਾ ਵਾਲਾ ਸੁਭਾਅ ਤੇਰੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਰਿਹਾ। ਜੇ ਤਰਨਾ ਚਾਹੁੰਦਾ ਆ, ਮੈਂ ਤੈਨੂੰ ਇੱਕ ਬੇੜਾ ਤਿਆਰ ਕਰਕੇ ਦਿੱਤਾ। ਉਹ ਕੀ ਹੈ? ਮਨ ਰੇ ਸ਼ਬਦ ਤਰੋ ਚਿਤ ਲਾਏ। ਤੇ ਅਗਲੀ ਬਾਤ ਕਈ ਕਹਿਣ ਲੱਗੇ, ਜਿਹਨੀ ਗੁਰਮੁਖ ਨਾਮ ਨਾ ਬੂਝਿਆ, ਜਿਸ ਨੇ ਗੁਰੂ ਦੇ ਰਾਹੀਂ ਆ ਸ਼ਬਦ ਦੀ ਕਮਾਈ ਵਾਲਾ, ਨਾਮ ਵਾਲਾ ਜੀਵਨ ਨਹੀਂ ਨਾ ਹੰਢਾਇਆ, ਮਰ ਜਨਮੈ ਆਵੈ ਜਾਏ। ਕੋਸ਼ਿਸ਼ ਕਰੀਏ ਜਿੱਥੇ ਅਸੀਂ ਡੁੱਬ ਰਹੇ ਹਾਂ, ਸਤਿਗੁਰੂ ਦਾ ਮੁਬਾਰਕ ਸ਼ਬਦ ਜਿਹੜਾ ਭੱਟਾਂ ਨੇ ਆਖਿਆ, ਸੰਸਾਰ ਅਗੰਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਪਰਮੇਸ਼ਰ ਦੀ ਯਾਦ ਸਾਧਨ ਹੈ, ਉਚੇਰਾ ਜੀਵਨ, ਸਚਿਆਰਾ ਜੀਵਨ ਹੀ ਸਾਧਨ ਹੈ ਪਾਰ ਹੋਣ ਦਾ। ਪਰ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਯਤਨਸ਼ੀਲ ਹੋਈਏ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਆਪ ਪੜ੍ਹਨਾ, ਸੁਣਨਾ, ਵਿਚਾਰਨਾ, ਆਪਣੇ ਮਹਾਨ ਇਤਿਹਾਸ ਦੀਆਂ ਕਦਰਾਂ ਕੀਮਤਾਂ ਨਾਲ ਜੁੜਨਾ ਅੱਜ ਸਮੇਂ ਦੀ ਜ਼ਰੂਰਤ ਹੈ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਆਪਣੇ ਮਹਾਨ ਵਿਰਸੇ ਵੱਲ ਪਰਤੀਏ, ਆਪਣੇ ਘਰ ਵੱਲ ਫੇਰਾ ਪਾਈਏ, ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਮਹਾਨ ਘਾਲਣਾ ਨੂੰ ਜਿੱਥੇ ਆਪ ਜੀਵਨ ਚ ਹੰਢਾ ਕੇ ਸਤਿਕਾਰ ਦੇ ਸਕੀਏ, ਉਹ ਤੇ ਦੁਨੀਆ ਦੇ ਰੂਬਰੂ ਵੀ ਕਰ ਸਕੀਏ। ਸੋ ਬੇਨਤੀ ਹੈ, ਅੱਜ ਦੇ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦਾ ਮਕਸਦ ਹੀ ਕੇਵਲ ਯਾਦ ਕਰਨਾ ਹੈ, ਕੇਵਲ ਚੇਤਾ ਕਰਨਾ ਹੈ ਵੀ ਸਾਡਾ ਕਲਚਰ, ਸਾਡੀ ਸੱਭਿਅਤਾ, ਸਾਡੀ ਉਹ ਪੁਰਾਤਨ ਰਵਾਇਤ, ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਾਨੂੰ ਕੀ ਕਹਿੰਦਾ ਹੈ। ਬਾਹਰ ਕਿਤਾਬਾਂ ਦਾ, ਧਾਰਮਿਕ ਕਿਤਾਬਾਂ ਜਿਸ ਵਿੱਚ ਇਤਿਹਾਸ ਦੀਆਂ ਕਿਤਾਬਾਂ ਨੇ, ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਹਰ ਕੋਈ ਉਹਨਾਂ ਨੂੰ ਪੜ੍ਹ ਸਕਦਾ ਹੈ। ਗੁਰਬਾਣੀ ਦੀਆਂ ਸੀਡੀਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀਆਂ ਸਟੀਕਾਂ ਨੇ। ਕੋਸ਼ਿਸ਼ ਕਰੀਏ, ਸਾਡਾ ਸੁਭਾਅ ਬਣ ਗਿਆ ਫਜ਼ੂਲ ਖਰਚੀ ਕਰਨੀ ਬਹੁਤ ਕਰ ਦਿਆਂਗੇ, ਪਰ ਇੱਕ ਗੁਰਬਾਣੀ ਦੀ ਸਟੀਕ ਚੁੱਕੀ, ਇੱਧਰੋਂ ਉੱਧਰੋਂ ਥੱਲੀ ਫੇਰ ਰੱਖ ਦਿੱਤੀ। ਯਤਨ ਕਰੀਏ ਸੁਭਾਅ ਨੂੰ ਪਾਸੇ ਕਰਕੇ ਆਪਣੇ ਦਸਵੰਧ ਵਿੱਚੋਂ ਇਹ ਚੀਜ਼ਾਂ ਆਪਣੇ ਘਰ ਦਾ ਸ਼ਿੰਗਾਰ ਬਣਾਈਏ, ਤਾਂ ਕਿ ਇਹਨਾਂ ਨੂੰ ਪੜ੍ਹ ਸੁਣ ਕੇ ਗੁਰਮਤਿ ਦਾ ਵਿਚਾਰ, ਮਹਾਨ ਇਤਿਹਾਸ ਦੀ ਬਾਤ ਜਿਹੜੀ ਉਹ ਸਾਡੀ ਜ਼ਿੰਦਗੀ ਦਾ ਆਸਰਾ ਬਣ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ। ਬੜੇ ਅਦਬ ਸਹਿਤ ਫਤਿਹ ਨਾਲ ਸਾਂਝ ਬਣਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।